TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਦੇ ਪ੍ਰੋਗਰਾਮ ਦੌਰਾਨ ਕੁਝ ਉਹ ਅਣਛੋਹੇ ਵਰਕੇ ਫਰੋਲਣ ਦੀ ਕੋਸ਼ਿਸ਼ ਕਰਾਂਗਾ ਜਿਨ੍ਹਾਂ ਦਾ ਸਬੰਧ 14 ਅਤੇ 15 ਅਗਸਤ ਦੇ ਨਾਲ ਹੈ। ਦੋਵੇਂ ਦਿਨ 14 ਅਗਸਤ ਪਾਕਿਸਤਾਨੀਆਂ ਵਾਸਤੇ ਅਤੇ 15 ਅਗਸਤ ਭਾਰਤੀਆਂ ਦੇ ਵਾਸਤੇ ਅਹਿਮ ਸਥਾਨ ਰੱਖਦੇ ਹੈ। ਜੇ ਆਪਾਂ 14 ਅਗਸਤ 1947 ਦੀ ਪਹਿਲਾਂ ਗੱਲ ਕਰੀਏ ਤਾਂ ਦਰਅਸਲ ਮੁਲਕ ਇੱਕ, ਆਜ਼ਾਦ ਹੋਏ ਮੁਲਕ ਹੋਂਦ ਵਿੱਚ ਆ ਗਏ ਦੋ। ਇਸ ਮਸਲੇ ਦੇ ਉੱਤੇ ਆਪਾਂ ਗੱਲਬਾਤ ਅੱਜ ਕਰਨੀ ਹੈ ਕਿ ਉਹ ਕਿਹੜੀ ਤਾਰ ਸੀ ਸਿਰਫ ਇੱਕ ਲਾਈਨ ਦੇ ਨਾਲ ਜਦੋਂ ਵੰਡ ਪੈ ਗਈ, ਉਹਦਾ ਅਸਲ ਦੇ ਵਿੱਚ ਸਭ ਕੁਝ ਵਿਉਂਤਬੰਦੀ ਕਿੱਥੇ ਬੈਠ ਕੇ ਕੀਤੀ ਗਈ, ਫੌਜ ਕਿਵੇਂ ਵੰਡੀ ਗਈ, ਪੈਸੇ ਕਿਵੇਂ ਛਪਦੇ ਰਹੇ, ਕਿੰਨੇ ਲੋਕ ਕਤਲੋਗਾਰਤ ਦਾ ਸ਼ਿਕਾਰ ਹੋਏ, ਕਿੰਨੇ ਲੋਕਾਂ ਨੂੰ ਇੱਕ ਸਥਾਨ ਤੋਂ ਦੂਸਰੇ ਸਥਾਨ ਜਾਣਾ ਪਿਆ, ਆਜ਼ਾਦ ਭਾਰਤ ਦੇ ਵਿੱਚ ਅੱਜ ਤੱਕ ਕਿਹੜੇ-ਕਿਹੜੇ ਪ੍ਰਧਾਨ ਮੰਤਰੀ ਨੇ ਕਿੰਨੀ ਵਾਰ ਤਿਰੰਗਾ ਲਾਲ ਕਿਲੇ ਤੇ ਲਹਿਰਾਇਆ। ਕੁਝ ਦਿਲਚਸਪ ਤੱਥ ਕੋਸ਼ਿਸ਼ ਕਰਾਂਗਾ ਕਿ ਅੱਜ ਦੇ ਪ੍ਰੋਗਰਾਮ ਦੌਰਾਨ ਸਾਂਝੇ ਕੀਤੇ ਜਾਣ। ਇਸ ਤੋਂ ਪਹਿਲਾਂ ਕਿ ਇਹ ਸਾਰੀਆਂ ਗੱਲਾਂ ਦੇ ਉੱਤੇ ਨਜ਼ਰ ਮਾਰਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਪ੍ਰੋਗਰਾਮ ਨੂੰ ਰੋਜ਼ਾਨਾ ਵੇਖਦਾ ਤੇ ਹੋ ਪਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਇਹਦੇ ਵਿਸਥਾਰ ਵੱਲ ਨੂੰ ਵਧਦੇ ਹਾਂ। ਦਿਲਚਸਪ ਤੱਥ ਬਹੁਤ ਨੇ, ਪਹਿਲੂ ਬਹੁਤ ਨੇ, ਭਾਵੇਂ ਇਹਦੇ 'ਤੇ ਜਿੰਨੇ ਮਰਜ਼ੀ ਪ੍ਰੋਗਰਾਮ ਕਰ ਲੈ ਜਾਣ, ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਕੁਝ ਇੱਕ ਮਿੰਟਾਂ ਦੇ ਵਿੱਚ ਜ਼ਰੂਰੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਲਵਾਂ। ਭਾਰਤ ਅਤੇ ਪਾਕਿਸਤਾਨ ਦੋ ਵੱਖਰੇ ਮੁਲਕ ਬਣ ਗਏ। 15 ਅਗਸਤ 1947 ਤੇ 14 ਅਗਸਤ 1947 ਨੂੰ ਆਪੋ ਆਪਣੇ ਆਜ਼ਾਦੀ ਦਿਹਾੜੇ ਪਾਕਿਸਤਾਨ ਤੇ ਭਾਰਤ ਵਾਲੇ ਮਨਾਉਂਦੇ ਹੈ। 75 ਸਾਲ ਹੋ ਗਏ ਹੈ ਇਹਨਾਂ ਦੋ ਮੁਲਕਾਂ ਨੂੰ ਵੱਖੋ ਹੋਇਆਂ ਨੂੰ। 15 ਅਗਸਤ 1947 ਦਾ ਇੱਕ ਇਤਿਹਾਸਕ ਦਿਨ ਆਖਿਆ ਜਾ ਸਕਦਾ ਹੈ ਜਦੋਂ ਭਾਰਤ ਤੇ ਪਾਕਿਸਤਾਨ ਉਸ ਵਕਤ ਤਾਂ ਇੱਕੋ ਹੀ ਮੁਲਕ ਸੀ। ਇਸ ਦਿਨ ਤੋਂ ਪਹਿਲਾਂ ਜਦੋਂ ਵਰ੍ਹਿਆਂ ਦੀ ਗੁਲਾਮੀ ਤੋਂ ਬਾਅਦ ਆਜ਼ਾਦ ਹੋਏ, ਨਾਲ ਹੀ ਮੈਂ ਇਹ ਆਖ ਸਕਦਾ ਕਿ ਇਹ ਇੱਕ ਮੰਦਭਾਗਾ ਦਿਨ ਵੀ ਸਾਬਤ ਹੋਇਆ, ਕਿਉਂਕਿ ਇਸੇ ਦਿਨ ਇੱਕ ਭਾਰਤ ਉਹਦੀ ਰੂਹ ਦੇ ਟੁਕੜੇ ਕੀਤੇ ਗਏ, ਵੰਡ ਹੋ ਗਈ ਅਤੇ ਭਾਰਤ ਦਾ ਲਗਭਗ 30% ਹਿੱਸਾ ਤੋੜ ਦਿੱਤਾ ਗਿਆ, ਟੁੱਟ ਕੇ ਪਾਕਿਸਤਾਨ ਨਾਮ ਦਾ ਇੱਕ ਵੱਖਰਾ ਮੁਲਕ ਬਣਾ ਦਿੱਤਾ ਗਿਆ। ਜਿਹੜੇ ਵੇਰਵੇ ਮਿਲਦੇ ਨੇ ਉਹਨਾਂ ਵੇਰਵਿਆਂ ਦੇ ਅਨੁਸਾਰ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਲਗਭਗ 1 ਮਿਲੀਅਨ ਲੋਕਾਂ ਦੀ ਵੱਢ ਟੁੱਕ ਹੁੰਦੀ ਹੈ, ਕਤਲੋਗਾਰਤ ਹੋਈ ਅਤੇ ਲਗਭਗ 2 ਮਿਲੀਅਨ ਲੋਕ ਇੱਕ ਸਥਾਨ ਤੋਂ ਦੂਸਰੇ ਸਥਾਨ ਤੇ ਜਾਣ ਵਾਸਤੇ ਮਜਬੂਰ ਹੋਏ। ਜਿਨ੍ਹਾਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟ ਲਈਆਂ ਗਈਆਂ, ਬੇਪੱਤ ਕਰ ਦਿੱਤੀਆਂ ਗਈਆਂ, ਉਹਨਾਂ ਦੇ ਅੰਕੜੇ ਦਰਅਸਲ ਕਿਤੋਂ ਚੱਜ ਨਾਲ ਮਿਲਦੇ ਨਹੀਂ। ਭਾਰਤ ਤੋਂ ਵੱਖ ਹੋਣ ਅਤੇ ਪਾਕਿਸਤਾਨ ਦੀ ਵੰਡ ਦੀ ਪ੍ਰਕਿਰਿਆ ਦਰਅਸਲ ਜਾਣਕਾਰੀ ਦੇ ਅਨੁਸਾਰ 15 ਅਗਸਤ ਦਾ ਦਿਨ ਨਹੀਂ ਸੀ, ਸਗੋਂ 15 ਅਗਸਤ 1947 ਤੋਂ ਪਹਿਲਾਂ ਹੋ ਚੁੱਕੀ ਸੀ। ਸਰਕਾਰੀ ਜਾਇਦਾਦ ਦੇ ਨਾਲ ਹਰ ਵਿਭਾਗ ਦੀ ਵੰਡ ਕੀਤੀ ਗਈ, ਜਿਸ ਦੇ ਵਿੱਚ ਫੌਜ ਦੀ ਵੰਡ ਵੀ ਮੁੱਖ ਸੀ, ਕਿਉਂਕਿ ਮੁਲਕ ਜੇ ਦੋ ਹੋਂਦ ਵਿੱਚ ਆ ਗਏ ਤਾਂ ਫੌਜ ਤਾਂ ਇੱਕ ਹੁੰਦੀ ਸੀ। ਸੱਤਾ ਦੇ ਤਬਾਦਲੇ ਦੀ ਜਿਹੜੀ ਪ੍ਰਕਿਰਿਆ ਰਸਮੀ ਤੌਰ ਤੇ 14 ਤੇ 15 ਅਗਸਤ ਦੀ ਦਰਮਿਆਨੀ ਰਾਤ ਨੂੰ ਕੀਤੀ ਗਈ, ਪਰ ਇਸ ਤੋਂ ਪਹਿਲਾਂ ਬ੍ਰਿਟਿਸ਼ ਭਾਰਤੀ ਫੌਜ ਨੇ ਵੀ ਸਾਰੇ ਫੌਜੀਆਂ ਨੂੰ ਇਹ ਵੰਡ ਦੇ ਬਾਬਤ ਸੂਚਿਤ ਕੀਤਾ। ਇਸ ਤਰ੍ਹਾਂ 14 ਅਗਸਤ 1947 ਨੂੰ ਜਾਣਕਾਰੀ ਦੇ ਅਨੁਸਾਰ ਫੌਜ ਵੰਡ ਦਿੱਤੀ ਗਈ। ਹੁਣ ਫੌਜ ਕਿਵੇਂ ਵੰਡੀ ਗਈ? ਦਰਅਸਲ ਇੱਕ ਲਾਈਨ ਦਾ ਆਰਡਰ ਹੈ। ਜੇ ਤੁਸੀਂ ਕਦੇ ਵਰਕੇ ਫਰੋਲੋ ਨਾ, ਇਤਿਹਾਸ ਤੇ ਬੜਾ ਕੁਝ ਲੱਭਦਾ ਹੈ। ਤੇ ਅੱਗੇ ਚੱਲ ਕੇ ਮੈਂ ਇਹ ਵੀ ਦੱਸੂ ਕਿ ਅੱਜ ਅਸੀਂ 2021 ਦੇ ਵਿੱਚ ਬੈਠੇ ਹਾਂ ਤੇ 15 ਅਗਸਤ ਦਾ ਦਿਨ ਹੈ। ਤੁਸੀਂ ਦੇਖੋ ਕਿ 75 ਸਾਲਾਂ ਤੋਂ ਬਾਅਦ ਵੀ ਅੱਜ ਅਸੀਂ ਫੇਰ ਵਹਿਮਾਂ ਭਰਮਾਂ ਦੇ ਵਿੱਚ ਹਾਂ। ਤੇ ਆ ਵੀ ਪਤਾ ਲੱਗਿਆ, ਕੁਝ ਤੱਥ ਦੱਸਦੇ ਨੇ ਕਿ ਦੱਸਿਆ ਗਿਆ ਸੀ ਕਿ 15 ਅਗਸਤ ਦਾ ਦਿਨ ਜੋਤਸ਼ੀਆਂ ਨੇ ਕਿ ਮਨਹੂਸ ਹੈ, ਕਹਿੰਦੇ ਆਪਾਂ 14 ਅਗਸਤ ਨੂੰ ਇਹ ਝੰਡਾ ਚਲਾ ਲਾਓ। ਇਹ ਵੀ ਮੈਂ ਤੁਹਾਡੇ ਨਾਲ ਇੱਕ ਦਿਲਚਸਪ ਜਾਣਕਾਰੀ ਸਾਂਝੀ ਕਰਨੀ ਹੈ। ਆਖਰੀ ਆਰਡਰ 1947 ਦੇ ਵਿੱਚ ਦਿੱਲੀ ਫੌਜੀ ਹੈੱਡਕੁਆਟਰ ਤੋਂ ਬ੍ਰਿਟਿਸ਼ ਭਾਰਤੀ ਫੌਜ ਦੀ ਹਰ ਛਾਉਣੀ ਦੇ ਵਿੱਚ ਇੱਕ ਤਾਰ ਦੇ ਰਾਹੀਂ ਪੁੱਜਦੇ ਕੀਤੇ ਗਏ। ਇਹ ਆਖਿਆ ਜਾ ਸਕਦਾ ਹੈ ਕਿ ਇਹ ਬ੍ਰਿਟਿਸ਼ ਇੰਡੀਅਨ ਆਰਮੀ ਦੇ ਮਿਲਟਰੀ ਕਮਾਂਡਰ ਦਾ ਉਸ ਵਕਤ ਦਾ ਆਖਰੀ ਆਦੇਸ਼। ਇਸ ਤੋਂ ਬਾਅਦ ਫੌਜਾਂ ਪੂਰੀ ਤਰ੍ਹਾਂ ਵੰਡੀਆਂ ਗਈਆਂ। ਲਾਰਡ ਮਾਊਂਟਬੈਟਨ ਨੇ ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਵਿੱਚ ਸੱਤਾ ਦੇ ਤਬਾਦਲੇ ਦੇ ਆਦੇਸ਼ ਉੱਤੇ ਦਸਤਖਤ ਕੀਤੇ। ਫਿਰ ਭਾਰਤ ਵਿੱਚ ਵੀ ਇਸ ਆਦੇਸ਼ ਤੇ ਦਸਤਖਤ ਕਰਨ ਤੋਂ ਬਾਅਦ
ਇਹ ਦੋਵਾਂ ਮੁਲਕਾਂ ਦੇ ਵਿੱਚ 14 ਤੇ 15 ਅਗਸਤ ਦੀ ਰਾਤ ਨੂੰ ਲਾਗੂ ਕਰ ਦਿੱਤੇ ਗਏ। ਹੁਣ ਇਹ ਤਾਰ ਦੇ ਵਿੱਚ ਇੱਕ ਲਾਈਨ ਦੇ ਵਿੱਚ ਲਿਖਿਆ ਕੀ ਗਿਆ, ਇਹ ਮਹੱਤਵਪੂਰਨ ਹੈ। 1947 ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਆਜ਼ਾਦੀ 15 ਜੁਲਾਈ ਨੂੰ ਬਰਤਾਨਵੀ ਸੰਸਦ ਦੇ ਵਿੱਚ ਪਾਸ ਕੀਤੀ ਗਈ। 15 ਜੁਲਾਈ ਨੂੰ ਬਰਤਾਨਵੀ ਸੰਸਦ ਦੇ ਵਿੱਚ ਜੋ ਪਾਸ ਕੀਤਾ ਗਿਆ ਉਹ ਸੀ ਇੰਡੀਅਨ ਇੰਡੀਪੈਂਡੈਂਸ ਐਕਟ। ਉਹਦੇ ਆਧਾਰ ਤੇ ਇਹ ਵੰਡ ਹੋਈ ਹੈ। 14 ਅਗਸਤ ਬਰਤਾਨਵੀ ਇੰਡੀਅਨ ਆਰਮੀ ਦਾ ਆਖਰੀ ਦਿਨ ਆਖਿਆ ਜਾ ਸਕਦਾ ਹੈ। ਅਗਲੇ ਦਿਨ ਤੋਂ ਉਹ ਨਾ ਹੁਕਮ ਕੋਈ ਦੇ ਸਕਦੀ ਸੀ, ਨਾ ਹੀ ਉਹਦਾ ਦਿੱਤਾ ਕੋਈ ਹੁਕਮ ਲਾਗੂ ਹੋ ਸਕਦਾ ਸੀ। ਉਸੇ ਹੀ ਦਿਨ ਇੱਕ ਲਾਈਨ ਦੀ ਤਾਰ ਬ੍ਰਿਟਿਸ਼ ਇੰਡੀਅਨ ਆਰਮੀ ਦੀਆਂ ਛਾਉਣੀਆਂ ਦੇ ਉੱਚ ਅਧਿਕਾਰੀਆਂ ਤੱਕ ਪੁੱਜਦੀ ਕੀਤੀ ਗਈ। ਹੁਣ ਤਾਂ ਦਰਅਸਲ ਜਿਹੜੀ ਇਹ ਤਾਰ ਵੀ ਸੀ, ਜਿਸ ਨੂੰ ਟੈਲੀਗ੍ਰਾਮ ਵੀ ਕਹਿੰਦੇ ਸੀ, ਆਪਣੇ ਆਪ ਦੇ ਵਿੱਚ ਇਤਿਹਾਸ ਬਣ ਚੁੱਕੀ ਹੈ। ਇਹ ਮੁਕੰਮਲ ਤੌਰ ਤੇ ਭਾਰਤ ਦੇ ਵਿੱਚ ਬੰਦ ਕਰ ਦਿੱਤੀ ਗਈ ਹੈ। ਕਲਾਊਡ ਉਚੇਨ ਲੇਕ ਭਾਰਤ ਵਿੱਚ ਬਰਤਾਨਵੀ ਫੌਜ ਦਾ ਫੀਲਡ ਮਾਰਸ਼ਲ ਸੀ। ਉਹਨੇ ਇੱਕ ਲਾਈਨ ਦੇ ਆਰਡਰ ਦੇ ਵਿੱਚ ਲਿਖਿਆ ਕਿ ਬ੍ਰਿਟਿਸ਼ ਇੰਡੀਅਨ ਆਰਮੀ ਦੇ ਆਦੇਸ਼ ਅੱਜ ਤੋਂ ਰੱਦ ਕਰ ਦਿੱਤੇ ਜਾਣਗੇ। ਇਹ ਫੌਜ ਦਾ ਆਖਰੀ ਆਦੇਸ਼ ਇੱਕ ਲਾਈਨ ਵਿੱਚ ਲਿਖਿਆ ਮਿਲਦਾ ਹੈ। ਇਹ ਡਾਕੂਮੈਂਟ ਨੇ। ਜਿਵੇਂ ਹੀ ਆਦੇਸ਼ ਗਿਆ, ਪਹਿਲਾਂ ਹੀ ਵੰਡੀਆਂ ਹੋਈਆਂ ਭਾਰਤੀ ਅਤੇ ਪਾਕਿਸਤਾਨੀ ਫੌਜਾਂ ਵੱਖ-ਵੱਖ ਹੋ ਗਈਆਂ। ਆਜ਼ਾਦੀ ਤੋਂ ਪਹਿਲਾਂ ਹੀ ਰਿਆਸਤਾਂ ਨੇ ਭਾਰਤੀ ਸੰਘ ਦੇ ਵਿੱਚ ਮਿਲਣਾ ਸ਼ੁਰੂ ਕਰ ਦਿੱਤਾ ਸੀ। ਹੁਣ ਉਸ ਵਕਤ ਫਿਰ ਫੌਜ ਕਿੰਨੀ ਸੀ, ਉਹਦੀ ਵੰਡ ਕਿਵੇਂ ਹੋਈ, ਇਹ ਵੀ ਮਹੱਤਵਪੂਰਨ ਸਵਾਲ ਤੁਹਾਡੇ ਜ਼ਿਹਨ 'ਚ ਆ ਰਿਹਾ ਹੋਣਾ। ਜਦੋਂ ਭਾਰਤ ਤੇ ਪਾਕਿਸਤਾਨ ਦੋ ਵੱਖਰੇ-ਵੱਖਰੇ ਮੁਲਕ ਬਣਦੇ ਹੈ, ਬ੍ਰਿਟਿਸ਼ ਇੰਡੀਅਨ ਆਰਮੀ ਦੇ ਵਿੱਚ ਉਸ ਵਕਤ 4 ਲੱਖ ਭਾਰਤੀ ਸੈਨਿਕ ਸੀ, ਜੋ ਕਿ ਭਾਰਤ ਅਤੇ ਪਾਕਿਸਤਾਨ ਦੇ ਸਥਿਤ ਫੌਜੀ ਛਾਉਣੀਆਂ ਦੇ ਵਿੱਚ ਫੈਲੇ ਹੋਏ ਸੀ। ਜਦੋਂ ਫੌਜਾਂ ਦੋਵੇਂ ਮੁਲਕਾਂ ਦੀਆਂ ਵੰਡੀਆਂ ਗਈਆਂ, ਉਹ ਆਖਰੀ ਆਦੇਸ਼ ਇੱਕ ਸੈਂਟੈਂਸ ਦੇ ਨਾਲ ਵੰਡੀਆਂ ਗਈਆਂ, ਤਾਂ ਉਹ ਜਾਣਕਾਰੀ ਮਿਲਦੀ ਹੈ ਕਿ 2,60,000 ਹਿੰਦੂ ਤੇ ਸਿੱਖ ਫੌਜੀ ਅਤੇ ਭਾਰਤੀ ਅਧਿਕਾਰੀ ਭਾਰਤ ਵਾਲੇ ਪਾਸੇ ਰਹਿ ਗਏ ਅਤੇ 1,40,000 ਮੁਸਲਿਮ ਫੌਜੀ ਪਾਕਿਸਤਾਨ ਵਾਲੇ ਪਾਸੇ ਪਾਕਿਸਤਾਨ ਭੇਜ ਦਿੱਤੇ ਗਏ। ਕੱਲੀ ਫੌਜ ਨਹੀਂ ਵੰਡੀ ਗਈ, ਗੋਰਖਾ ਬ੍ਰਿਗੇਡ ਵੀ ਵੰਡਿਆ ਗਿਆ। ਕੁਝ ਨੂੰ ਬਰਤਾਨਵੀ ਫੌਜ ਦੇ ਵਿੱਚ ਸ਼ਾਮਲ ਕੀਤਾ ਗਿਆ ਅਤੇ ਭਾਰਤ ਵਿੱਚ ਸਿਰਫ ਕੁਝ ਬਟਾਲੀਅਨਾਂ ਬਚੀਆਂ ਸਨ। ਪਰ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਸਨ ਕਿ ਇਹਨਾਂ ਦੀ ਵੰਡ ਕਿਵੇਂ ਕਰੀਏ। ਹੁਣ ਜਿੰਨਾ ਸ਼ਾਇਦ ਤੁਹਾਨੂੰ ਵੀ ਲੱਗ ਰਿਹਾ ਹੋਣਾ ਹੈ ਕਿ ਆਦੇਸ਼ ਇੱਕ ਆ ਗਿਆ, ਫੌਜਾਂ ਨੂੰ ਦੱਸ ਦਿੱਤਾ, ਆਲਾ ਅਧਿਕਾਰੀਆਂ ਨੂੰ ਦੱਸ ਦਿੱਤਾ, ਲੋਕਾਂ ਨੂੰ ਕਹਿ ਦਿੱਤਾ ਕਿ ਭਾਈ ਸਿੱਖ ਉੱਧਰ ਚਲੇ ਜਾਓ, ਹਿੰਦੂ ਉੱਧਰ ਚਲੇ ਜਾਓ, ਮੁਸਲਮਾਨ ਉੱਧਰਲੇ ਪਾਸੇ ਨੂੰ ਚਲੇ ਜਾਣ, ਕਿ ਇੰਨਾ ਸੁਖਾਲਾ ਨਹੀਂ। ਇਹ ਵੰਡ ਇਸ ਤੋਂ ਜ਼ਿਆਦਾ ਗੁੰਝਲਦਾਰ ਸੀ ਜਿੰਨੀ ਕੁ ਆਪਾਂ ਮਹਿਸੂਸ ਕਰ ਰਹੇ ਹਾਂ। ਸ਼ਾਇਦ ਜਿਹੜੇ ਬਜ਼ੁਰਗ ਅੱਜ 80ਵਿਆਂ 'ਚ, 90ਵਿਆਂ 'ਚ, 95ਵਿਆਂ 'ਚ ਨੇ, ਉਹਨਾਂ ਨੂੰ ਪੁੱਛ ਕੇ ਦੇਖੋ। ਅੱਜ ਪ੍ਰੋਗਰਾਮ ਪੰਜਾਬ ਬੋਲਦਾ ਦੇ ਵਿੱਚ ਇੱਕ ਬਜ਼ੁਰਗਾਂ ਨੂੰ ਸ਼ਾਮਲ ਕੀਤਾ ਸੀ, ਮੋਗਾ 'ਚ ਰਹਿੰਦੇ ਆ। ਉਹਨਾਂ ਦੇ ਸਿਰ ਤੇ ਟੱਕ ਜਿੱਡਾ ਕੁ ਹੱਥ ਹੈ ਤੋਂ ਵੱਡਾ ਹੈ। ਉਹ ਕਹਿੰਦੇ 5 ਭੈਣ ਭਰਾ ਤੁਰੇ ਸੀ, ਇਕੱਲਾ ਹੀ ਬਚ ਕੇ ਪਹੁੰਚਿਆ ਸੀ। ਮਾਂ-ਬਾਪ ਵੀ ਰਸਤੇ 'ਚ ਵੱਢ ਦਿੱਤੇ ਗਏ। ਉਹ ਇਕੱਲੇ ਨਹੀਂ, ਮੈਂ ਬਹੁਤ ਦਰਦਨਾਕ ਕਹਾਣੀਆਂ ਸੁਣੀਆਂ ਵੀ ਨੇ ਤੇ ਪੜ੍ਹੀਆਂ ਵੀ ਨੇ, ਜਿਨ੍ਹਾਂ ਨੇ ਘਰੋਂ ਇਸ ਕਰਕੇ ਕਦਮ ਪੁੱਟੇ ਸਨ ਕਿ 5-7 ਦਿਨਾਂ ਦਾ ਕੰਮ ਹੋਣਾ ਹੈ, ਮਹੀਨੇ 2 ਮਹੀਨੇ ਦੀ ਗੱਲ ਹੋਣੀ ਹੈ, ਟਿਕਟਕਾ ਹੋ ਜਾਣਾ ਹੈ। ਦਰਵਾਜ਼ੇ ਖੁੱਲ੍ਹੇ ਛੱਡ ਦਿੱਤੇ ਸੀ, ਗਵਾਲ ਡੰਗਰ ਕਿਸ ਦੇ ਸਹਾਰੇ ਛੱਡ ਦਿੱਤਾ ਸੀ ਕਿ ਕੋਈ ਨਹੀਂ ਭਾਈ, ਆਪਾਂ ਇਕੱਠੇ ਤਾਂ ਵਸਦੇ ਹਾਂ, ਕੀ ਹੋ ਗਿਆ, ਤੁਸੀਂ ਮੁਸਲਮਾਨ ਹੋ, ਅਸੀਂ ਹਿੰਦੂ ਹਾਂ, ਅਸੀਂ ਸਿੱਖ ਹਾਂ। ਉਹ ਵੀ ਕਹਿੰਦੇ ਕੋਈ ਨਾ, ਜਾਓ ਮਾਲ ਡੰਗਰ ਸਾਂਭਾਂਗੇ, ਟਿਕਟਕਾ ਹੋ ਕੇ ਤੁਸੀਂ ਆ ਹੀ ਤਾਂ ਜਾਣਾ। ਦਰਅਸਲ ਬਹੁਤੇ ਲੋਕਾਂ ਨੂੰ ਪਤਾ ਨਹੀਂ ਸੀ ਕਿ ਜੋ ਕੁਝ ਹੋ ਗਿਆ, ਜਿਹੜਾ ਇੱਕ ਵਾਰੀ ਘਰ ਤੋਂ ਪੈਰ ਪੁੱਟ ਰਿਹਾ, ਉਹਨੇ ਇਸ ਘਰ ਦੇ ਵਿੱਚ ਦੁਬਾਰਾ ਆਉਣਾ ਨਹੀਂ। ਇਹ ਵੀ ਨਹੀਂ ਸੀ ਪਤਾ ਕਿ ਜਿਹੜੀ ਧੀ ਧਿਆਣੀ ਨੂੰ, ਆਪਣੀ ਭੈਣ ਨੂੰ, ਆਪਣੀ ਮਾਂ ਨੂੰ ਨਾਲ ਲੈ ਕੇ ਤੁਰੇ ਆ, ਇਹਦੀ ਚੁੰਨੀ ਸਿਰ ਤੇ ਚਿੱਟੀ ਰਹਿ ਜਾਏਗੀ ਜਾਂ ਦਾਗੀ ਹੋ ਜਾਏਗੀ। ਬਹੁਤ ਸਾਰੇ ਲੋਕ ਉਹ ਚਿੱਟੀਆਂ ਚੁੰਨੀਆਂ ਨੂੰ ਦਾਗ ਨਾ ਲੱਗ ਜਾਏ, ਉਹਨਾਂ ਨੂੰ ਬਚਾਉਂਦੇ ਜਾਨਾਂ ਕੁਰਬਾਨ ਕਰਕੇ ਸੀ। ਵੰਡ ਜਦੋਂ ਹੋਈ ਹੈ, ਦੰਗੇ ਭੜਕੇ ਆ, ਇੱਕ ਥਾਂ ਤੇ ਨਹੀਂ, ਅਨੇਕਾਂ ਥਾਵਾਂ ਤੇ ਵੱਢ ਟੁੱਕ ਹੋਈ ਹੈ, ਕਤਲੋਗਾਰਤ ਹੋਈ ਹੈ। ਵਾਇਸਰਾਏ ਲਾਰਡ ਮਾਊਂਟਬੈਟਨ ਨੇ ਪਹਿਲਾਂ ਹੀ ਸੱਤਾ ਦੇ ਤਬਾਦਲੇ ਵਿੱਚ ਉਹ ਕਾਫੀ ਰੁੱਝੇ ਹੋਏ ਸੀ, ਦੱਸ ਦਿੱਤਾ ਸੀ। ਦਰਅਸਲ ਉਹ ਉਸ ਦਿਨ 14 ਅਗਸਤ ਦਾ ਦਿਨ ਸੀ, ਕਰਾਚੀ ਵਿੱਚ ਸੀ, ਜਿੱਥੇ ਉਹਨਾਂ ਨੇ ਪਾਕਿਸਤਾਨ ਨੂੰ ਸੱਤਾ ਦਾ ਤਬਾਦਲਾ ਪੂਰਾ ਕਰਨ ਦੇ ਵਾਸਤੇ ਦਸਤਖਤ ਕੀਤੇ ਹੈ। ਉਹਨਾਂ ਨੇ ਪਾਕਿਸਤਾਨ ਦੇ ਚੁਣੇ ਹੋਏ ਗਵਰਨਰ ਜਨਰਲ ਮੁਹੰਮਦ ਅਲੀ ਜਿਨਾਹ, ਉਹਨਾਂ ਦੇ ਨਾਲ ਦਸਤਾਵੇਜ਼ਾਂ ਤੇ ਦਸਤਖਤ ਕੀਤੇ ਅਤੇ ਪਾਕਿਸਤਾਨ ਦੀ ਸੰਵਿਧਾਨ ਸਭਾ ਨੂੰ ਉਹਨਾਂ ਨੇ ਸੰਬੋਧਨ ਵੀ ਕੀਤਾ। ਫਿਰ ਛੇਤੀ ਮਾਊਂਟਬੈਟਨ ਨੇ ਭਾਰਤ ਵੀ ਪਰਤਣਾ ਸੀ, ਭਾਰਤ ਵਾਲੇ ਪਾਸੇ ਵੀ ਆਉਣਾ ਸੀ, ਤਾਂ ਜੋ ਅੱਧੀ ਰਾਤ ਨੂੰ ਭਾਰਤ ਦੀ ਆਜ਼ਾਦੀ ਦੇ ਜਸ਼ਨ ਦੇ ਵਿੱਚ ਵੀ ਉਹ ਹਿੱਸਾ ਲੈ ਸਕਣ। ਪਰ ਜਦੋਂ ਦਸਤਖਤ
कराची च हो रहे सी ते इधर उन्होंने आना सी कतलोगात जोरां ते सी। जदों जनाब पाकिस्तान के राष्ट्रपति चुने गए तो उन्होंने कहा सी कि धार्मिक आज़ादी देवांगे। 75 सालों तो बाद नज़र मार लियो पाकिस्तान दे विच की धार्मिक आज़ादी दी गई है। तो दूसरे पासे महात्मा गांधी सी, पता लग्या कि वह भी उस वक्त कलकत्ते विच सी, वंड हो रही सी, दंगे हो रहे सी, आज़ादी के जश्न भी उस वक्त पटाके फुलझड़ियां लोग चला रहे सी, पर वो कहते सी कि मैं ये विच जाना नहीं। चुनौती समुचे देश के लोगों नूं सी, पुलिस नूं सी, फौज नूं सी, आवाम नूं सी। फौज विच वंड के हुक्म के बावजूद उन्होंने अपने रुझेवें सी। उस समय देश के 562 रियासतों के भारत के नाल वक्खो वक्खरे तरीकों के नाल लोग जिहड़े आ उस वक्त शासन कर रहे सी, उन्होंने शामिल करने वास्ते अंदोलन भी चल रहे सी। हुण भारत ते पाकिस्तान वंडे गए, मैं दस रहा कि फौज भी वंड दी गई, पर उस वक्त नोट किवें छपण पाकिस्तान दे विच सोचिया ही नहीं सी। ये तो अचनचेत सारा कुछ फौरी तौर पर होया। हुण तुसीं देखो कोविड-19 महामारी भी चल रही है। 2021 दे विच 75वें आज़ादी के दिवस भी मनाए जा रहे हैं, पर 1947 दे विच भारी संघर्ष के बलिदान तो बाद भारत की गल करिए तो उन्होंने ब्रिटिश उपनिवेशक शासन तो आज़ादी मिली। पर की तुसीं जानते हो कि बंटवारे के तुरंत बाद भारत ते पाकिस्तान होंद विच तां आ गए, आज़ाद तो हो गए, पर की नोट आपो अपने छापण लग पे सी। क्योंकि जो वंड हो गई है, वंड दौरान पाकिस्तान दे विच कोई केंद्री बैंकिंग प्रणाली उस वक्त है ही नहीं सी। आज़ादी के तुरंत बाद दोवां मुल्कां विचकार वंड कारण वड्डे पैमाने ते हिंसा भी हुंदी है। नतीजे वजों खेतरां, ताकतां सारा कुछ वंडिया जाता है, जायदादां वंडियां गईयां। आज़ादी तो बाद दोवां मुल्कां दी मुद्रा, सिक्का, एक्सचेंज, जनतक कर्ज, मुलाजमां दी जायदाद, उन्हां दे ट्रांसफर, उन्हां दे मुनाफे, उन्हां दीयां जायदादां, किन्ना ही कुछ हुंदा है। उन्हां दी वंड किते ये सुखाली नहीं सी कि ओवरनाइट हो नहीं सी सकदा। फिर एक साझा जिहा मता पकाया गया कि भाई जिहड़ा रिजर्व बैंक ऑफ इंडिया जिहड़ा अज उस वक्त रिजर्व बैंक सी जिहड़ा भी बई ये पाकिस्तान नूं भी पैसे ही दिया करूगा। देखो मुल्क दो ने, नोट एक उथों छपणगे। उस वेले भारत सरकार ने वंड के प्रशासनिक नतीजों की जांच करने ते दो डोमिनियनां नूं सत्ता के ट्रांसफर लिए जरूरी कदम उठाउण वास्ते कैबिनेट की एक विशेष कमेटी नियुक्त कर दी। अंतरिम समय में भारतीय रिजर्व बैंक पाकिस्तान नूं मुद्रा की सप्लाई कर रहा सी अते इह स्टेट बैंक ऑफ पाकिस्तान की स्थापना जद तक नहीं हुंदी उदों तक इकट्ठे केंद्री बैंक के रूप में काम करते रहे। पाकिस्तान ने भारतीय मुद्रा नूं अपनी समझ के इस्तेमाल किया। नोट के उत्ते सफेद हिस्से ते अंग्रेजी च गवर्नमेंट ऑफ पाकिस्तान ते उर्दू च हुकूमत पाकिस्तान लिखिया जाता सी, पर छापे भारत च ही जाते सी। 1948 तक रिजर्व बैंक ने यह नोट छापे ते पाकिस्तान विचों चलते रहे। RBI के दस्तावेज़ों के मुताबिक सितंबर 1948 के अखीर तक रिजर्व बैंक ही पाकिस्तान विच मुद्रा अथॉरिटी ते केंद्री ते सूबाई सरकारां लई बैंक सी। पाकिस्तान की एक्सचेंज प्रबंधन करने दे नाल कंट्रोल अते जनतक कर्ज की भी जिम्मेवार भारत वाली रिजर्व बैंक सी। RBI के दस्तावेज़ों के विच लिखिया होया है कि RBI नूं 30 सितंबर 1948 तक पाकिस्तान च नोट जारी करने का एकमात्र अधिकार सी, होर कोई ना छाप सकदा सी ना वंड कर सकदा सी। जबकि भारत के नोटां नूं 30 सितंबर 1948 तक पाकिस्तान दे विच वैलिड करंसी के रूप में जारी रखा जाना सी। इस लई हुक्म दिता गया सी। बैंक ने 1 अप्रैल 1948 तक पाकिस्तान विच नोट जारी किए जिसते अंग्रेजी ते उर्दू विच पाकिस्तान की सरकार भी लिखिया हुंदा सी। असल दे विच ये नहीं सी कि असी छाप छाप देई जावांगे तुसीं चलाई चलिओ। ये एक समझौता होया सी दरअसल। बाद ये समझौता किया गया जदों मुल्क होंद विच आउंदे ने कि मुद्रा ते सिक्का 31 मार्च 1948 तक दोवां खेतरां लई आम रहेगा। फिर अगले 6 महीनों च अजिही मियाद होऊ जिस दे विच पाकिस्तान के इलाके च नोटां नूं ओवर प्रिंट किया जाऊ। भारत के नोट पाकिस्तान विच कानूनी रूप में मानता प्राप्त रहणगे। हुण ये सारा कुछ हो गया, फौज भी वंडी गई, लोग भी उजाड़ दिते गए, कतलो-गारत भी होण लग पई। सारा कुछ होया किवें? असल दे विच इहदी बुनियाद, इहदी जड़ कित्थे रखी गई? सब तो वड्डा सवाल यह है। ठीक है, भारत के जिहड़े आज़ादी के परवाने सी,
शहीद भगत सराभे गदरी बाबे फांसियां ते रस्सियां दे उत्ते ऐन झूल गए। कोई काले पानी चला गया, किसी नूं कुरकी करवा लई, किसी नूं उम्र कैद हो गई। वो चाहुंदे सी कि भारत दे गलों गुलामी दा जूड़ा ला दईए, पर आखिरकार होया कद, किवें होया, इहनूं अंजाम किवें पहनाया गया? जानकारी जिहड़ी दस्तावेजी है उसके मुताबक इंग्लैंड की संसद दे विच तय होया। भारत की आज़ादी बरतानिया के शासन तो आज़ाद होने तो बाद भारत का स्वरूप तय करने वास्ते बरतानिया की संसद दे विच 4 जुलाई ते 1947 नूं द इंडियन इंडिपेंडेंस एक्ट पेश किया गया। इस बिल दे विच भारत की वंड अते एक वक्खरे मुल्क पाकिस्तान नूं बनाए जाण दा मता रख दिता गया। यह बिल फिर 18 जुलाई नूं उत्थे पास किया गया। इस दे तहत बरतानवी हुकूमत दे भारत छड्डण की तारीख 15 अगस्त ते 1947 तय की गई। हुण सब तो वड्डा सेक किहनूं लग्या? 2 सूबे ने जिहड़े विचालियों वढ़ दिते गए, टुक दिते गए, पर कतलोगारत कल्ले पंजाब च होई है। ये गल नोट करन वाली है। इस एक्ट के तहत बंगाल सूबे की वंड पूर्वी बंगाल अते पश्चिमी बंगाल च, पंजाब सूबे की वंड पूर्वी पंजाब ते पश्चिमी पंजाब, जिसनूं असीं लहिंदा ते चढ़दा पंजाब अज कहने कर दी गई। इसे कानून के तहत भारत अते पाकिस्तान दीआं हद्दां तय करन लई एक सरहद कमिशन बनाउण दा भी फैसला किया गया। इस कमिशन की प्रधानगी सर रेडक्लिफ ने की। इसलिए भारत ते पाकिस्तान की सरहद नूं रेडक्लिफ लाइन भी आखिया जाता है। द इंडियन इंडिपेंडेंस एक्ट के तहत बरतानिया के राजा नूं भारत के सम्राट का अहुदा छड्डना पिया सी। हुण जिस वक्त भारत ते पाकिस्तान की वंड हुंदी है, वढ टुक हुंदी है, कतलोगारत हुंदी है, उस वक्त पाकिस्तान च लगभग 23% हिंदू आबादी सी। बंगलादेश बनने तो बाद ये आबादी सिर्फ 13% रह गई सी। इतिहासकारां दे अनुसार 1947 विच दिल्ली आउण वाले शरणार्थियों नूं एक जायज़ पनाह दी गई। उधर 1955 तो बाद दूसरे शहरों तो आने वाले प्रवासियों वास्ते कोई प्रबंध नहीं सी किया गया। कुछ लेखक अते सियासी माहिर यह भी मानते हैं कि बरतानवी सरकार ने जो सरहद इन्नी जल्दबाजी में खिंची, उसका खमियाजा भारत अते पाकिस्तान दोवें मुल्कों को भुगतना पिया। दोवें मुल्कों के विचकार वढ टुक हुई, दोवां मुल्कों के विचकार एक तणाव का वड्डा कारण बनया। हुण जिहड़ी ये लकीर खिंची गई, शायद तुहानूं लगदा होना है कि जे 14 अगस्त नूं पाकिस्तान वाले आज़ादी दिवस मना रहे हैं, 15 अगस्त नूं भारत वाले मना रहे हैं, तो फिर भाई 13 नूं खिंचती हो लकीर, तां ही पता लग्या कि तुसीं उधर जाओ। 14 नूं खिंचती हो, 15 नूं खिंचती हो। जे तुसीं ये सोचदे हो तां गलत सोचदे हो। ना 13 नूं खिंची गई, ना 14 नूं खिंची गई, ना 15 नूं खिंची गई। 17 अगस्त नूं एक लकीर खिंची जाती है। मुल्क 15 अगस्त नूं आज़ाद हो गया, पर सरहदां दा तय होना उस वक्त बाकी सी। 17 अगस्त नूं सरहदां तय कीतियां गईयां। उदों बार्डर बिना बैरीयर दे होया करदे सी। बार्डर सी पर बैरीयर कोई नहीं सी। सरहदां ते ड्रम पेंट करके रख दिते गए भी इधर बई भारत है ते इधर पाकिस्तान है। हुण भारत ते पाकिस्तान की भूगोलिक जिहड़ी स्थिति है, उहदे विच सरहदां तय कर पाउणियां मुश्किल सन, क्योंकि वंड तो पहलां देश विच मारूथल भी सी, गलेशियर भी सी, पर्वत भी सी, सब कुछ है। हुण ये कुछ चुनिंदा कारण सन जिन्हां करके बोर्ड लगाए जाने बड़े मुश्किल भी सी। पर इन्नी काहली च लगन किवें? जिहड़े ड्रम लिखे गए, जिहड़े बोर्ड लगाए गए, दिशा निर्देश उन्हां ते लिखे गए सन। वो बोर्ड के उत्ते लिखिया हुंदा सी कि आ भाई हद है, इहदे तो अगे तुसीं जा नहीं सकदे। पर फिर भी लगभग 1980 तक जे आपां देखीए तो बहुत सारे लोग जिहड़े इधरों उधर ते उधरों इधर आउंदे जांदे रहे। हुण आज़ादी तो बाद हुण उधर 14 अगस्त नूं आज़ादी ते इधर 15 अगस्त नूं आज़ादी। 14 अगस्त नूं जां 14 अगस्त के दिन वेले पाकिस्तान एक वखरा मुल्क बन चुका सी, पर सरहद हले है नहीं सी। 17 अगस्त नूं खिंची गई। उस दिन 14 अगस्त 1947 नूं तेज़ मींह पै रहा सी, बरसात हो रही सी। बरसात होने के बावजूद भी बहुत सारे लोग आज़ादी के जश्न मना रहे सी, सड़कों ते निकले हुए सी। कुछ लोग अपना बचा के परिवारां समेत हसते वसते घर छड्ड के घरां दे विचों निकल चुके सी।
ਪੱਕੇ ਰਸਤੇ ਨਹੀਂ ਸਨ, ਇਹ ਪਤਾ ਨਹੀਂ ਸੀ ਜਾਣਾ ਅਸੀਂ ਕਿੱਥੇ ਹੈ। ਉਹ ਐਨ ਚਿੱਕੜ ਦੇ ਵਿੱਚ ਦੀ ਹੁੰਦੇ ਹੋਏ ਸਿਰ ਦੇ ਉੱਤੇ ਲੋੜੀ ਦਾ ਥੋੜਾ ਬਹੁਤਾ ਪੋਟਲੀਆਂ ਚੁੱਕ ਕੇ ਤੁਰੇ ਰਹੇ ਹੋਏ ਸੀ। ਕਿਸੇ ਨੇ ਆਪਣੇ ਬਜ਼ੁਰਗਾਂ ਨੂੰ ਘਨੇੜਿਆਂ ਤੇ ਚੁੱਕਿਆ ਹੋਇਆ ਸੀ, ਕਿਸੇ ਨੇ ਆਪਣੇ ਛੋਟੇ ਬੱਚਿਆਂ ਨੂੰ ਉਂਗਲ ਲਾਇਆ ਹੋਇਆ ਸੀ ਤੇ ਕਿਸੇ ਨੇ ਬਜ਼ੁਰਗ ਆਪਣੇ ਮੋਢਿਆਂ ਤੇ ਚੁੱਕੇ ਹੋਏ ਸਨ। ਪਰ ਮੰਜ਼ਲ ਦਾ ਕੋਈ ਨਹੀਂ ਸੀ ਪਤਾ, ਇਹ ਵੀ ਨਹੀਂ ਸੀ ਪਤਾ ਕਿ ਵਾਪਸ ਆਉਣਾ ਹੈ ਕਿ ਨਹੀਂ। ਪੂਰੇ ਮੁਲਕ ਵਿੱਚ ਕੁਝ ਨੌਜਵਾਨ ਰੈਲੀਆਂ ਵੀ ਕਰ ਰਹੇ ਸਨ, ਕੁਝ ਲੋਕ ਮਠਿਆਈਆਂ ਵੰਡ ਰਹੇ ਸਨ ਤੇ ਕੁਝ ਲੋਕ ਮੌਤ ਵੰਡ ਰਹੇ ਸੀ। ਦੋ ਮੁਲਕ ਬਣ ਗਏ ਆ, ਕਤਲੋਗਾਰ ਤੋਂ। ਜਿਸ ਤਰ੍ਹਾਂ ਮੈਂ ਦੱਸਿਆ ਕਿ ਲਗਭਗ ਮਿਲੀਅਨ ਲੋਕ ਕਤਲ ਕਰ ਦਿੱਤੇ ਗਏ ਤੇ ਲਗਭਗ 20 ਲੱਖ ਲੋਕ ਇਧਰੋਂ ਉਧਰ ਹਿਜਰਤ ਕਰਨ ਵਾਸਤੇ ਮਜਬੂਰ ਹੋਏ। ਹੁਣ ਜਦੋਂ ਭਾਰਤ ਆਜ਼ਾਦ ਹੁੰਦਾ ਤੇ ਉਹਦੇ 'ਚ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਹੈ। ਪਹਿਲਾ ਤਿਰੰਗਾ ਕਦੋਂ ਲਹਿਰਾਇਆ ਗਿਆ? ਕਿ 15 ਅਗਸਤ 1947 ਨੂੰ ਲਹਿਰਾਇਆ ਗਿਆ? ਨਹੀਂ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ ਕਿ ਲੋਕ ਸਾਡੇ ਅੱਜ ਵੀ ਤੇ 75 ਸਾਲ ਪਹਿਲਾਂ ਵੀ ਤੁਸੀਂ ਦੇਖੋ ਕਿ ਕਿਵੇਂ ਵਹਿਮਾਂ ਤੇ ਭਰਮਾਂ 'ਚ ਫਸੇ ਹੋਏ ਸੀ। 15 ਅਗਸਤ 1947 ਨੂੰ ਨਹੀਂ, ਸਗੋਂ 14 ਅਗਸਤ ਦੀ ਅੱਧੀ ਰਾਤ ਨੂੰ ਸੈਂਟਰਲ ਹਾਲ, ਜਿਸ ਨੂੰ ਸੰਸਦ ਕਹਿ ਸਕਦੇ ਹਾਂ, ਉਹਦੇ ਵਿੱਚ ਇਹ ਲਹਿਰਾਇਆ ਗਿਆ। ਇਹ ਝੰਡਾ ਇੱਕ ਆਜ਼ਾਦੀ ਘੁਲਾਟੀਏ ਹੰਸਾਬੇਨ ਦੁਆਰਾ ਆਪਣੇ ਹੱਥੀਂ ਖਾਦੀ ਸਿਲਕ ਦਾ ਬਣਾਇਆ ਗਿਆ ਸੀ। ਤਕਰੀਬਨ 10 ਵਜੇ ਦਾ ਟਾਈਮ ਹੋਣਾ ਜਦੋਂ ਅੰਗਰੇਜ਼ੀ ਹਕੂਮਤ ਦੇ ਅੰਤਮ ਵਾਇਸਰਾਏ ਲਾਰਡ ਮਾਊਂਟਬੈਟਨ ਨੇ ਪਹਿਲੇ ਭਾਰਤੀ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਭਾਰਤ ਦੇ ਸੰਵਿਧਾਨ ਦੇ ਨਾਲ ਸੰਬੰਧਿਤ ਦਸਤਾਵੇਜ਼ ਸੌਂਪੇ। ਇੱਕ ਗੱਲ ਇੱਥੇ ਰੌਚਕ ਇਹ ਹੈ ਕਿ ਉਸ ਵੇਲੇ ਰਾਤ ਦਾ ਸਮਾਂ ਸੀ। ਰਾਤ ਦੇ ਸਮੇਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਭਾਸ਼ਣ ਜੋਤਸ਼ੀਆਂ ਦੇ ਕਹਿਣ ਤੇ, ਦੇਖੋ ਤੁਸੀਂ ਹੈਰਾਨ ਨਾ ਹੋਇਓ, ਇਹ ਅੱਜ ਵੀ ਸਾਡੇ 'ਚ ਪਰੰਪਰਾ ਬਹੁਤ ਪ੍ਰਚਲਿਤ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਭਾਸ਼ਣ ਜੋਤਸ਼ੀਆਂ ਦੇ ਕਹਿਣ ਤੇ ਰਾਤ ਦੇ 11:51 ਤੇ ਸ਼ੁਰੂ ਕੀਤਾ ਗਿਆ, ਠੀਕ 12 ਵਜੇ ਖਤਮ ਕੀਤਾ ਗਿਆ, ਕਿਉਂਕਿ ਇਹ ਸਾਰਾ ਪ੍ਰੋਗਰਾਮ 14 ਅਗਸਤ ਵਿੱਚ ਹੀ ਮੁਕਾਇਆ ਜਾਣਾ ਸੀ। ਕਿਉਂਕਿ ਜੋਤਸ਼ੀਆਂ ਨੇ ਦੱਸਿਆ ਸੀ ਕਿ 15 ਅਗਸਤ ਦਾ ਦਿਨ ਮਨਹੂਸ ਹੈ। ਕੁਝ ਵੀ ਹੋਵੇ, ਭਾਰਤ ਨੇ ਆਪਣਾ ਪਹਿਲਾ ਆਜ਼ਾਦੀ ਦਿਹਾੜਾ ਮਨਾਉਂਦਿਆਂ ਰਾਤ ਦੇ 12 ਵਜਾ ਲਏ ਸੀ, ਇਸ ਕਰਕੇ ਤਰੀਕ 15 ਚੜ੍ਹੀ ਆਈ ਸੀ। ਪਰ ਪਾਕਿਸਤਾਨ ਦਾ ਸਮਾਂ ਭਾਰਤੀ ਸਮੇਂ ਤੋਂ ਤਕਰੀਬਨ ਅੱਧਾ ਘੰਟਾ ਪਿੱਛੇ ਹੋਣ ਦੇ ਕਾਰਨ ਪਾਕਿਸਤਾਨ ਦੇ ਵਿੱਚ ਉਸ ਵਕਤ 14 ਅਗਸਤ ਹੀ ਸੀ। ਇਹੀ ਕਾਰਨ ਹੈ ਕਿ ਪਾਕਿਸਤਾਨ ਆਪਣਾ ਆਜ਼ਾਦੀ ਦਿਹਾੜਾ ਹਰ ਸਾਲ 14 ਅਗਸਤ ਨੂੰ ਮਨਾਉਂਦਾ ਹੈ ਤੇ ਭਾਰਤ ਅਗਲੇ ਦਿਨ 15 ਅਗਸਤ ਨੂੰ। ਤੇ ਭਾਰਤ ਦੇ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਸੀ ਪੰਡਿਤ ਜਵਾਹਰ ਲਾਲ ਨਹਿਰੂ, ਦਿੱਲੀ ਦੇ ਵਿੱਚ ਦੂਸਰੀ ਵਾਰ ਤਿਰੰਗਾ ਉਹ ਲਹਿਰਾਉਂਦੇ ਨੇ। ਆਖਰ ਮੁਲਕ ਆਜ਼ਾਦ ਹੋ ਚੁੱਕਿਆ ਸੀ, ਪਰ ਜਾਂਦੇ ਜਾਂਦੇ ਅੰਗਰੇਜ਼ ਜ਼ਖਮ ਦੇ ਕੇ ਗਏ। ਇੱਕੋ ਹੀ ਮੁਲਕ ਦੇ ਦੋ ਟੁਕੜੇ ਕਰਕੇ ਗਏ, ਇੱਕ ਭਾਂਬੜ ਮਚਾ ਕੇ ਗਏ ਜਿਹਨੇ ਸਮੁੱਚਾ ਮੁਲਕ ਆਪਣੀ ਲਪੇਟ ਵਿੱਚ ਲੈ ਲਿਆ। ਨਸਲੀ ਦੰਗੇ ਹੋਏ, ਫਸਾਦ ਹੋਏ, ਆਪਸ ਦੇ ਵਿੱਚ ਗਲਵੱਕੜੀਆਂ ਪਾਉਣ ਵਾਲੇ ਭਰਾਵਾਂ ਵਾਂਗ ਰਹਿਣ ਵਾਲੇ ਲੋਕ ਇੱਕ ਦੂਸਰੇ ਦੀ ਜਾਨ ਦੇ ਖੂਨ ਦੇ ਪਿਆਸੇ ਬਣਾ ਕੇ ਚਲੇ ਗਏ। ਘੁੱਗ ਵਾਸਤੇ ਪਿੰਡ ਸ਼ਹਿਰ ਝਟਪਟ ਉਜਾੜ ਦਿੱਤੇ ਗਏ, ਵਸਤੇ ਰਸਤੇ ਪਰਿਵਾਰ ਖੇਰੂ ਖੇਰੂ ਕਰ ਦਿੱਤੇ ਗਏ। ਹਰ ਗਲੀ ਮੋੜ ਤੇ, ਖੇਤਾਂ ਦੇ ਵਿੱਚ, ਰੇਲਾਂ 'ਚ ਲੋਥਾਂ ਵਿੱਚ ਗਈਆਂ। ਬਹੁਤ ਜ਼ਿਆਦਾ ਕਤਲੋਗਾਰਤ ਹੋਈ। ਲੰਬੀਆਂ ਸਾਂਝਾਂ ਉਮਰਾਂ ਦੀਆਂ ਨਫ਼ਰਤਾਂ ਵਿੱਚ ਦੇਖਦੇ ਦੇਖਦੇ ਤਬਦੀਲ ਹੋ ਗਈਆਂ। ਲੋਕ ਇੱਜ਼ਤਾਂ ਨੂੰ ਤਾਰ-ਤਾਰ ਕਰਨ ਲੱਗੇ, ਪੈਸੇ ਦੇ ਪਿਆਸੇ ਹੋ ਗਏ। ਹੋ ਸਕਦਾ ਹੈ ਭਾਈ ਮਨਹੂਸ ਹੀ ਹੋਵੇ। ਇੱਕ ਪਾਸੇ ਤਿਰੰਗਾ ਲਹਿਰਾ ਕੇ ਨੇਤਾਵਾਂ ਦੇ ਵੱਲੋਂ ਜਸ਼ਨ ਮਨਾਏ ਜਾ ਰਹੇ ਸੀ, ਦੂਸਰੇ ਪਾਸੇ ਬਟਵਾਰੇ ਨੇ ਮੁਲਕ ਵਿੱਚ ਅਜਿਹੀ ਸੰਪਰਦਾਇਕ ਅੱਗ ਫਲਾਈ ਜਿਸ ਦੇ ਵਿੱਚ ਹਿੰਦੂ, ਜਿਸ ਦੇ ਵਿੱਚ ਸਿੱਖ, ਜਿਸ ਦੇ ਵਿੱਚ ਮੁਸਲਮਾਨ ਇੱਕ ਦੂਸਰੇ ਨੂੰ ਕਮਾਦਾਂ 'ਚ ਧੂ ਕੇ ਲਿਜਾ ਰਹੇ ਸੀ, ਇੱਜ਼ਤਾਂ ਲੁੱਟ ਰਹੇ ਸੀ, ਵੱਟ ਟੁੱਕ ਵੀ ਰਹੇ ਸੀ। ਲੜਕੀਆਂ ਦੀਆਂ ਇੱਜ਼ਤਾਂ ਸ਼ਰੇਆਮ ਰੁਲ ਰਹੀਆਂ ਸੀ, ਨਸਲੀ ਮਾਰ ਹੋ ਰਹੀ ਸੀ, ਟੁੱਕ ਹੋ ਰਹੀ ਸੀ, ਵੱਢ ਹੋ ਰਹੀ ਸੀ। ਇੰਜ ਲੱਗਦਾ ਸੀ ਕਿ 5 ਦਰਿਆਵਾਂ ਦੀ ਧਰਤੀ ਪਾਣੀ ਨਹੀਂ ਸਗੋਂ ਖੂਨ ਨਾਲ ਸਿੰਜੀ ਜਾ ਰਹੀ ਹੋਵੇ। ਦਰਿਆਵਾਂ ਦਾ ਰੰਗ ਲਾਲ ਹੋ ਗਿਆ ਸੀ। ਇੱਕ ਪਾਸੇ ਸਵਾਰਥੀ ਤੇ ਤਖਤ ਦੇ ਐਸ਼ੋ ਇਸ਼ਰਤ ਦੇ ਭੁੱਖੇ ਨੇਤਾਵਾਂ ਨੇ ਆਪਣੇ ਹਿੱਸੇ ਆਉਂਦੀ ਦੌਲਤ, ਸਾਧਨ, ਪਦਾਰਥ, ਭੰਡਾਰਿਆਂ ਨੂੰ ਲੈ ਕੇ ਖਿੱਚੋਤਾਣ ਕੀਤੀ। ਕੁਰਸੀਆਂ ਡਾਹੁਣ ਦੇ ਵਾਸਤੇ ਜਿੱਥੇ ਤੱਕ ਗਰਕ ਸਕਦੇ ਸੀ ਗਰਕੇ, ਆਪੋ ਆਪਣੀਆਂ ਕੁਰਸੀਆਂ ਦੀ ਝਾੜ ਪੂੰਝ ਕਰ ਰਹੇ ਸੀ, ਸੌਹਾਂ ਚੁੱਕ ਰਹੇ ਸੀ, ਝੰਡੇ ਲਹਿਰਾ ਰਹੇ ਸੀ। ਦੂਸਰੇ ਪਾਸੇ ਮੁਲਕ ਦੇ ਲੋਕ ਨਫ਼ਰਤ ਦੀ ਅੱਗ ਵਿੱਚ ਹੋਲਾਂ ਵਾਂਗ ਭੁੰਨੇ ਜਾ ਰਹੇ ਸੀ। ਬਟਵਾਰੇ ਵਾਸਤੇ ਮਹਿਜ਼ 73 ਦਿਨਾਂ ਦਾ ਸਮਾਂ ਸੀ। ਬਟਵਾਰੇ ਵਿੱਚ ਦਫ਼ਤਰਾਂ ਦੀਆਂ ਫਾਈਲਾਂ
ਮੇਜ਼ ਕੁਰਸੀਆਂ, ਡਾਕ ਟਿਕਟਾਂ, ਬੈਂਕਾਂ 'ਚ ਪਿਆ ਸਰਮਾਇਆ, ਸੋਨਾ ਤੇ ਹੋਰ ਕੀਮਤੀ ਚੀਜ਼ਾਂ, ਜ਼ਮੀਨਾਂ, ਸੜਕਾਂ, ਰੇਲ ਮਾਰਗ, ਇੰਜਣ ਦੇਸ਼ ਦੀ ਫੌਜ ਨੇ ਵੰਡਿਆ ਜਾਣਾ ਸੀ। ਜਿਹੜਾ ਅਨੁਪਾਤ ਦਿੱਤਾ ਗਿਆ ਸੀ ਉਹ ਤਕਰੀਬਨ 80-20 ਦਾ ਸੀ। ਇਸ ਅਨੁਪਾਤ ਦੇ ਨਾਲ ਭਾਰਤ ਤੇ ਪਾਕਿਸਤਾਨ ਦੀ ਵੰਡ ਹੁੰਦੀ ਹੈ। ਫੌਜੀਆਂ ਤੋਂ ਸਵੈ ਇੱਛਾ ਦੇ ਫਾਰਮ ਭਰਵਾਏ ਗਏ, ਜਿਸ ਦੇ ਵਿੱਚ ਉਹਨਾਂ ਤੋਂ ਪੁੱਛ ਲਿਆ ਗਿਆ ਸੀ ਕਿ ਤੁਸੀਂ ਭਾਈ ਕਿਹੜੀ ਮੁਲਕ ਦੀ ਫੌਜ ਵਿੱਚ ਰਹਿਣਾ ਚਾਹੁੰਦੇ ਹੋ। 2/3 ਫੌਜ ਭਾਰਤ ਨੂੰ ਅਤੇ 1/3 ਫੌਜ ਪਾਕਿਸਤਾਨ ਨੂੰ ਮਿਲੀ। ਨੋਟ ਛਾਪਣ ਦੀ ਮਸ਼ੀਨ ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀ ਇੱਕੋ ਹੀ ਸੀ। ਮਜਬੂਰਨ ਕੁਝ ਸਮੇਂ ਲਈ ਪਾਕਿਸਤਾਨ ਨੂੰ ਆਪਣੀ ਕਰੰਸੀ ਦੇ ਨੋਟ ਗੌਰਮੈਂਟ ਪਾਕਿਸਤਾਨ ਦੇ ਨਾਂ ਤੇ ਭਾਰਤ ਦੀ ਮਸ਼ੀਨ ਤੋਂ ਛਾਪਣੇ ਪਏ ਜਾਂ ਛਪਵਾਉਣੇ ਪਏ। ਸਭ ਕੁਝ ਵੰਡਿਆ ਗਿਆ, ਪਰ ਇੱਕ ਚੀਜ਼ ਅਜਿਹੀ ਸੀ ਜੋ ਫੇਰ ਵੀ ਨਾ ਵੰਡੀ ਗਈ। ਉਹ ਸਾਰਿਆਂ ਨੂੰ, ਉਹ ਕੀ ਸੀ? ਉਹ ਇਹ ਸੀ ਕਿ ਅੱਜ ਵੀ ਲੋਕ ਇੱਕ ਦੂਸਰੇ ਨੂੰ ਗਲਵੱਕੜੀਆਂ ਪਾਉਣਾ ਚਾਹੁੰਦੇ ਨੇ। ਉਹ ਇਹ ਸੀ ਕਿ ਜਿਹੜੀ ਚੀਜ਼ ਵੰਡੀ ਨਾ ਗਈ, ਇੱਕ ਤਾਂ ਇਹ ਸੀ ਕਿ ਪਿਆਰ ਮੁਹੱਬਤ ਬਹੁਤ ਵੱਢ ਟੁੱਕ ਕਰਨ ਦੀ ਕੋਸ਼ਿਸ਼ ਕੀਤੀ। ਅੱਜ 75 ਸਾਲਾਂ ਤੋਂ ਬਾਅਦ ਵੀ ਇੱਕ ਦੂਸਰੇ ਦੇ ਲੋਕ ਇੱਕ ਦੂਸਰੇ ਨੂੰ ਗਲਵੱਕੜੀਆਂ 'ਚ ਲੈਣਾ ਚਾਹੁੰਦੇ ਨੇ। ਪਰ ਫਿਰ ਵੀ ਇੱਕ ਹੋਰ ਅਹਿਮ ਚੀਜ਼ ਸੀ ਕਿ ਮੈਂ ਦੱਸਿਆ ਕਿ ਤੁਹਾਨੂੰ ਸਭ ਕੁਝ ਵੰਡ ਦਿੱਤਾ ਗਿਆ, ਪਰ ਇੱਕ ਚੀਜ਼ ਨਾ ਵੰਡੀ ਗਈ, ਸਾਰੀ ਦੀ ਸਾਰੀ ਭਾਰਤ ਨੇ ਰੱਖ ਲਈ। ਉਹ ਪਤਾ ਕੀ ਸੀ? ਉਹਦੇ ਪੈਸੇ ਦਿੱਤੇ ਗਏ ਪਾਕਿਸਤਾਨ ਨੂੰ, ਉਹ ਸੀ ਸ਼ਰਾਬ। ਸ਼ਰਾਬ ਨਹੀਂ ਪਾਕਿਸਤਾਨ ਨੂੰ ਦਿੱਤੀ ਗਈ, ਸਾਰੀ ਦੀ ਸਾਰੀ ਉਹ ਭਾਰਤ ਨੇ ਰੱਖ ਲਈ ਸੀ। ਹੁਣ ਸਵਾਲ ਪੈਦਾ ਹੁੰਦਾ ਕਿ ਅੱਜ ਤੱਕ ਲਾਲ ਕਿਲੇ ਤੋਂ ਕਿਹੜੇ ਪ੍ਰਧਾਨ ਮੰਤਰੀ ਨੇ ਕਿੰਨੀ ਵਾਰੀ ਝੰਡਾ ਲਹਿਰਾ ਦਿੱਤਾ? ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਪੰਡਿਤ ਜਵਾਹਰ ਲਾਲ ਨਹਿਰੂ। ਸਭ ਤੋਂ ਵੱਧ ਵਾਰ ਲਾਲ ਕਿਲੇ ਤੇ ਤਿਰੰਗਾ ਜਵਾਹਰ ਲਾਲ ਨਹਿਰੂ ਨੇ ਲਹਿਰਾਇਆ। ਕੁੱਲ 17 ਵਾਰ ਲਾਲ ਕਿਲੇ ਤੇ ਤਿਰੰਗਾ ਲਹਿਰਾਉਂਦੇ ਰਹੇ ਪੰਡਿਤ ਜਵਾਹਰ ਲਾਲ ਨਹਿਰੂ। ਜਵਾਹਰ ਲਾਲ ਨਹਿਰੂ ਤੋਂ ਬਾਅਦ ਇੰਦਰਾ ਗਾਂਧੀ ਨੇ ਲਾਲ ਕਿਲੇ ਤੇ 16 ਵਾਰ ਤਿਰੰਗਾ ਲਹਿਰਾਇਆ। ਪੰਡਿਤ ਨਹਿਰੂ ਤੇ ਇੰਦਰਾ ਗਾਂਧੀ ਤੋਂ ਬਾਅਦ ਜੇਕਰ ਕਿਸੇ ਨੇ ਸਭ ਤੋਂ ਵੱਧ ਜਾਂ ਤੀਸਰੇ ਸਥਾਨ ਤੇ ਤਿਰੰਗਾ ਲਹਿਰਾਇਆ ਹੈ ਤਾਂ ਉਹ ਡਾਕਟਰ ਮਨਮੋਹਨ ਸਿੰਘ, ਜਿਨ੍ਹਾਂ ਨੇ ਪੰਡਿਤ ਨਹਿਰੂ ਤੇ ਇੰਦਰਾ ਗਾਂਧੀ ਤੋਂ ਬਾਅਦ ਸਭ ਤੋਂ ਜ਼ਿਆਦਾ ਵਾਰੀ ਤਿਰੰਗਾ ਲਹਿਰਾਇਆ। ਤੇ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ 7 ਵਾਰ ਲਾਲ ਕਿਲੇ ਤੇ ਤਿਰੰਗਾ ਲਹਿਰਾ ਚੁੱਕੇ ਨੇ ਤੇ 8ਵੀਂ ਵਾਰ ਉਹ ਅੱਜ ਲਾਲ ਕਿਲੇ ਤੇ ਤਿਰੰਗਾ ਲਹਿਰਾਉਣਗੇ। ਪਰ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਲਾਲ ਕਿਲੇ ਦੇ ਬਾਹਰ ਤੁਸੀਂ ਵੇਖੋ ਕਿ ਕੰਟੇਨਰਾਂ ਦੀਆਂ ਉੱਚੀਆਂ ਉੱਚੀਆਂ ਦੀਵਾਰਾਂ ਬਣਾ ਦਿੱਤੀਆਂ ਗਈਆਂ ਨੇ। ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲੇ ਤੋਂ ਸਭ ਤੋਂ ਲੰਬਾ ਭਾਸ਼ਣ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ 15 ਅਗਸਤ 2016 ਨੂੰ ਜਿਹੜਾ ਭਾਸ਼ਣ ਦਿੱਤਾ ਸੀ, ਅੱਜ ਤੱਕ ਦੇ ਲਾਲ ਕਿਲੇ 'ਚੋਂ ਦਿੱਤੇ ਜਾਣ ਵਾਲੇ ਭਾਸ਼ਣਾਂ ਦੇ ਵਿੱਚੋਂ ਸਭ ਤੋਂ ਲੰਬਾ ਭਾਸ਼ਣ ਲਗਭਗ 94 ਮਿੰਟ ਦਾ ਸੀ। ਅਟਲ ਬਿਹਾਰੀ ਵਾਜਪਾਈ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਹੈ। ਉਹਨਾਂ ਨੇ ਲਾਲ ਕਿਲੇ ਤੇ 6 ਵਾਰ ਤਿਰੰਗਾ ਲਹਿਰਾਇਆ। ਰਾਜੀਵ ਗਾਂਧੀ ਅਤੇ PV ਨਰਸਿਮਹਾ ਰਾਓ, ਇਹਨਾਂ ਦੋਵਾਂ ਨੇ 5 ਵਾਰ ਲਾਲ ਕਿਲੇ ਤੇ ਤਿਰੰਗਾ ਲਹਿਰਾਇਆ। ਇਹਨਾਂ ਤੋਂ ਇਲਾਵਾ ਕੁਝ ਹੋਰ ਪ੍ਰਧਾਨ ਮੰਤਰੀ ਨੇ, ਕਿਉਂਕਿ ਹਰ ਵਾਰੇ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਲਾਲ ਕਿਲੇ ਤੇ ਤਿਰੰਗਾ ਉਹ ਨਹੀਂ ਲਹਿਰਾਉਣਾ ਹੁੰਦਾ। ਲਾਲ ਬਹਾਦਰ ਸ਼ਾਸਤਰੀ ਨੇ 2 ਵਾਰ, ਮੁਰਾਰਜੀ ਦੇਸਾਈ ਨੇ 2 ਵਾਰ। ਇਹਨਾਂ ਦੇ ਨਾਲ ਨਾਲ ਕੁਝ ਹੋਰ ਪ੍ਰਧਾਨ ਮੰਤਰੀ, ਉਹਨਾਂ ਦੇ ਵਿੱਚ ਚੌਧਰੀ ਚਰਨ ਸਿੰਘ, VP ਸਿੰਘ, HD ਦੇਵਗੌੜਾ, ਇੰਦਰ ਕੁਮਾਰ ਗੁਜਰਾਲ, ਇਹਨਾਂ ਸਾਰਿਆਂ ਨੇ ਇੱਕ ਵਾਰ ਲਾਲ ਕਿਲੇ ਤੋਂ ਤਿਰੰਗਾ ਲਹਿਰਾਇਆ। ਜਿਸ ਤਰ੍ਹਾਂ 15 ਅਗਸਤ ਨੂੰ ਭਾਰਤ ਦਾ ਆਜ਼ਾਦੀ ਦਿਹਾੜਾ ਹੁੰਦਾ ਹੈ, ਇਹ ਸਿਰਫ ਭਾਰਤ ਨੂੰ ਹੀ 15 ਅਗਸਤ ਨੂੰ ਆਜ਼ਾਦੀ ਨਹੀਂ ਸੀ ਮਿਲੀ। ਇਸ ਤੋਂ ਇਲਾਵਾ 5 ਹੋਰ ਮੁਲਕ ਵੀ ਨੇ ਜਿਹੜੇ 15 ਅਗਸਤ ਵਾਲੇ ਦਿਨ ਆਪਣਾ ਆਜ਼ਾਦੀ ਦਿਹਾੜਾ ਮਨਾਉਂਦੇ ਨੇ। ਉਹਨਾਂ ਵਿੱਚ ਨੇ ਦੱਖਣੀ ਕੋਰੀਆ, ਉੱਤਰੀ ਕੋਰੀਆ, ਬਹਿਰੀਨ, ਲਿਚਟੇਨਸਟਾਈਨ ਅਤੇ ਕਾਂਗੋ। ਇਹ ਮੁਲਕ ਵੀ 15 ਅਗਸਤ ਨੂੰ ਆਪੋ ਆਪਣੇ ਆਜ਼ਾਦੀ ਦਿਹਾੜੇ ਮਨਾਉਂਦੇ ਆ। ਸੋ ਦੋਸਤੋ, ਉਮੀਦ ਕਰ ਰਹੇ ਹਾਂ ਕਿ ਇਹ ਕੁਝ ਰੌਚਕ ਤੱਤ ਸੀ, ਇਹ ਕੁਝ ਰੌਚਕ ਜਾਣਕਾਰੀਆਂ ਸਨ ਜਿਹੜੀਆਂ 14 ਅਤੇ 15 ਅਗਸਤ ਭਾਰਤ ਤੇ ਪਾਕਿਸਤਾਨ ਦੀ ਵੰਡ ਦੇ ਨਾਲ ਮਿਲੀਆਂ ਹੋਈਆਂ ਸਨ। ਕਿਵੇਂ ਕਤਲੋਗਾਰਤ ਹੋਈ, ਕਿਵੇਂ ਵੰਡ ਦਾ ਬੀਜ ਬੀਜਿਆ ਗਿਆ, ਕਿੰਨੇ ਲੋਕ ਵੱਡੇ ਟੁੱਕੇ ਗਏ, ਕਿੰਨਿਆਂ ਨੂੰ ਹਿਜਰਤ ਕਰਨੀ ਪਈ, ਤੇ ਸਭ ਕੁਝ ਵੰਡ ਲਿਆ ਪਰ ਸ਼ਰਾਬ ਵੰਡੀ ਨਾ ਗਈ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਅਸਲ ਦੇ ਵਿੱਚ ਇੱਕ ਦਸਤਾਵੇਜ਼ੀ ਪ੍ਰੋਗਰਾਮ ਹੈ। ਜੇਕਰ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਵੀ ਕਰ ਦੇਣਾ ਤੇ ਸ਼ੇਅਰ ਵੀ ਕਰ ਦੇਣਾ। ਹੋ ਸਕਦਾ ਕਿ ਸਾਨੂੰ ਇਹ ਤਾਂ ਪਤਾ ਹੈ ਕਿ ਹਰ ਸਾਲ 15 ਅਗਸਤ ਨੂੰ ਤਿਰੰਗਾ ਲਹਿਰਾਇਆ ਜਾਂਦਾ ਲਾਲ ਕਿਲੇ ਤੇ। ਮੁੱਖ ਮੰਤਰੀ ਵੱਖੋ-ਵੱਖ ਸੂਬਿਆਂ ਦੇ ਮੰਤਰੀ ਵੱਖੋ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਤਿਰੰਗੇ ਲਹਿਰਾਉਂਦੇ ਨੇ। ਪਰ ਹੋ ਸਕਦਾ ਕਿ ਆਹ ਕੁਝ ਦਿਲਚਸਪ ਜਾਣਕਾਰੀਆਂ ਤੁਹਾਡੇ ਤੱਕ ਨਾ ਕਦੇ ਪੁੱਜੀਆਂ ਹੋਣ ਜਾਂ ਤੁਸੀਂ ਕਦੇ ਪੜ੍ਹਨ ਦੀ ਕੋਸ਼ਿਸ਼ ਨਾ ਕੀਤੀ ਹੋਵੇ। ਹੋ ਸਕਦਾ ਇਹਦੇ ਤੋਂ ਵੱਧ ਵੀ ਤੁਸੀਂ ਜਾਣਦੇ ਹੋਵੋ। ਪਰ ਕੋਸ਼ਿਸ਼ ਕਰਿਓ
ਕਿ ਹੋਰਨਾਂ ਤੱਕ ਪਹੁੰਚਾ ਵੀ ਦਿੱਤੀਆਂ ਜਾਣ। ਤੇ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਲਾਈਕ ਤੇ ਸ਼ੇਅਰ ਵੀ ਕਰਿਓ। ਤੇ ਜੇਕਰ ਚੈਨਲ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਵੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।